सत श्री अकाल जी। मैं हाँ तुहाडी अपनी हरमीत जस्सी ते मैं हर वार तुहानूं किसी ना किसी वधिया शख्सियत दे नाल मिलाउणी हुंदी हां। अज मैं पहुंची हुई हां जिला मानसा दे विच ते तुहानूं मिलाउण जा रही हां दर्दां दे डॉक्टर नाल। जिवें कि आयुर्वैदिक दवाइयां दिंदे ने डॉक्टर ते उस तरह मैं तुहानूं वैद जी नाल मिला रही हां हरलोचन सिंह जी दे नाल। सत श्री अकाल सर। सत श्री अकाल। हाँ जी सर, अज असीं तुहाडे नाल गल करांगे भी आयुर्वैदिक ते थेरेपी स्पैशलिस्ट की हुंदा ते इहदा साडी सेहत ते की असर पैंदा है। सब तो पहला हरमीत जी जी आयां नूं सत श्री अकाल तुहानूं तुहाडे सारी टीम नूं। आयुर्वैद दी जिੱਥੋਂ गल चलदी है तां आयुर दा मतलब हुंदा एक आजू। आयुर मीनिंग एक आजू, वैद दा मतलब ज्ञान जी। एक लंबियां उम्रां दा ज्ञान रखण वाला आयुर्वैद हुंदा है। आयुर्वैद दी जिहड़ी गल करदे आ तुसीं, जिहड़ी थेरेपी दी गल करदे हो, थेरेपी एक ਵੱਖ-ਵੱਖ तरह दी थेरेपी हुंदी है जी। ਜਦੋਂ ਅਸੀਂ ਸਾਡੀ ਥੈਰੇਪੀ ਦੀ ਗੱਲ ਕਰਦੇ ਆ ਤਾਂ ਅਸੀਂ ਐਕੂ ਟੱਚ ਥੈਰੇਪੀ ਕਰਦੇ ਹਾਂ। ਜਿਸ ਤਰ੍ਹਾਂ ਐਕੂ ਪ੍ਰੈਸ਼ਰ ਹੁੰਦਾ ਹੈ, ਹਾਂਜੀ, ਇਹਦਾ ਗਿਆਨ ਰੱਖਣਾ, ਇੱਕ ਪੂਰਾ ਨਾੜੀ ਤੰਤਰ ਦਾ ਗਿਆਨ ਰੱਖਣਾ, ਤਾਂ ਉਹੀ ਇੱਕ ਥੈਰੇਪੀ ਹੈ ਜੀ। ਜਿਸ ਤਰ੍ਹਾਂ ਸਾਡੇ ਉੱਪਰ ਛੱਤ ਤੇ ਪੱਖਾ ਲੱਗਿਆ ਹੁੰਦਾ ਹੈ, ਹਾਂਜੀ, ਤੇ ਸਾਡੇ ਸਾਈਡ ਤੇ ਇੱਕ ਬੋਰਡ ਲੱਗਿਆ ਹੁੰਦਾ ਹੈ। ਹਾਂਜੀ। ਬੋਰਡ ਦੇ ਉੱਤੇ ਪੱਖੇ ਦੀ ਸੁੱਚ ਹੁੰਦੀ ਹੈ। ਹਾਂਜੀ, ਅਸੀਂ ਬੋਰਡ ਤੋਂ ਪੱਖੇ ਦੀ ਸੁੱਚ ਨੂੰ ਦੱਬਾਂਗੇ ਤਾਂ ਪੱਖਾ ਚੱਲ ਪੂਗਾ। ਹਾਂਜੀ। ਬਲਬ ਦੀ ਸੁੱਚ ਦੱਬਾਂਗੇ ਤਾਂ ਬਲਬ ਚੱਲ ਪੂਗਾ। ਹਾਂਜੀ। ਇਸੇ ਤਰ੍ਹਾਂ ਕਿਸੇ ਦੇ ਸਿਰ ਪੀੜ ਹੁੰਦੀ ਹੈ, ਕਿਸੇ ਦੇ ਘੁਟਨਿਆਂ ਦੇ ਵਿੱਚ ਦਰਦ ਹੁੰਦਾ ਹੈ, ਹਾਂਜੀ, ਕਿਸੇ ਦੇ ਸਰਵਾਈਕਲ ਹੋਇਆ ਹੈ, ਹਾਂਜੀ, ਜਾਂ ਡਿਸਕ ਹੈ, ਉਹਦੇ ਪੁਆਇੰਟ ਵੱਖਰੇ ਵੱਖਰੇ ਇੱਕ ਸਵਿੱਚਾਂ ਦੀ ਤਰ੍ਹਾਂ ਨੇ। ਜਦੋਂ ਅਸੀਂ ਉਹ ਪੁਆਇੰਟ ਕਰਦੇ ਹਾਂ ਤਾਂ ਉਹ ਸਵਿੱਚ ਹੁੰਦੀ ਹੈ। ਤਾਂ ਉੱਥੇ ਕੀ ਹੁੰਦਾ ਹੈ, ਐਕਚੁਅਲੀ ਇਹ ਪੂਰਾ ਜਿਹੜਾ ਪੁਆਇੰਟ ਕਰਨ ਦਾ ਮਤਲਬ ਹੈਗਾ, ਉਹ ਬਲੱਡ ਦਾ ਜਿਸ ਖੇਤਰ ਵਿੱਚ ਮਤਲਬ ਸਰਕਲ ਰੁਕ ਜਾਂਦਾ ਹੈ, ਉਹ ਖੇਤਰ ਪ੍ਰਭਾਵਿਤ ਹੋ ਜਾਂਦਾ ਹੈ। ਜਿਵੇਂ ਮੰਨ ਕੇ ਚੱਲੀਏ ਜੀ ਆਪਾਂ ਵੀ ਜਿਸ ਖੇਤਰ ਵਿੱਚ ਸਾਡੇ ਖੱਤੇ 'ਚ ਖੇਤ ਦੇ ਵਿੱਚ ਅਸੀਂ ਕੁਝ ਵੀ ਬੀਜ ਲਈਏ, ਜੇ ਪਾਣੀ ਨਹੀਂ ਲੱਗਦਾ ਤਾਂ ਉੱਥੇ ਫਸਲ ਨਹੀਂ ਹੁੰਦੀ। ਹਾਂਜੀ। ਤਾਂ ਇਵੇਂ ਜਿਵੇਂ ਸਾਡੇ ਸਰੀਰ ਦੇ ਵਿੱਚ ਜਿਸ ਹਿੱਸੇ 'ਚ ਬਲੱਡ ਦਾ ਸਰਕੂਲੇਸ਼ਨ ਸਹੀ ਨਹੀਂ ਹੈ, ਤਾਂ ਉਹ ਖੇਤਰ ਸਾਡਾ ਅੰਗ ਉਹ ਪ੍ਰਭਾਵਿਤ ਹੋ ਜਾਂਦਾ ਹੈ, ਤੇ ਜਦੋਂ ਅਸੀਂ ਪੁਆਇੰਟ ਕਰਦੇ ਹਾਂ ਉੱਥੇ ਬਲੱਡ ਪਹੁੰਚ ਜਾਂਦਾ ਹੈ। ਈਵਨ ਇੱਥੋਂ ਤੱਕ ਹੈ ਸਰਵਾਈਕਲ ਵਾਲਿਆਂ ਨੂੰ ਚੱਕਰ ਆਉਂਦੇ ਨੇ, ਕਿਉਂਕਿ ਸਾਡੇ ਇੱਕ ਕੁਰਾਸ ਹੁੰਦਾ ਇੱਥੇ, ਜਿਹੜਾ ਕਿ ਹਾਰਟ ਨੇ ਪੰਪ ਕਰਨਾ ਹੁੰਦਾ ਹੈ। ਹਾਰਟ ਦੇ ਪੰਪ ਕਰਨ ਤੋਂ ਬਾਅਦ ਬਾਜੂ ਦੇ ਵਿੱਚ ਹੀ ਬਲੱਡ ਨੇ ਆਉਣਾ ਹੁੰਦਾ ਹੈ। ਇੱਥੇ ਜਾ ਕੇ ਇਹਨੇ ਸਰਕਲ ਚੇਂਜ ਕਰਕੇ ਇੱਧਰ ਦੀ ਉੱਪਰ ਜਾਣਾ ਹੁੰਦਾ। ਇੱਧਰੋਂ ਜਿਹੜਾ ਸਰਕਲ ਹੈ ਇਹਨੇ ਇਸ ਤਰ੍ਹਾਂ ਕਰਕੇ ਆਉਣਾ ਹੁੰਦਾ, ਤੇ ਇੱਥੋਂ ਦੀ ਇੱਥੇ ਇੱਕ ਕਰਾਸ ਬਣ ਜਾਂਦਾ ਹੈ। ਉਹ ਕਰਾਸ ਆਪ ਦੇ ਵਿੱਚ ਜਦੋਂ ਸਾਡੇ ਬਲੱਡ ਦੇ ਵਿੱਚ ਯੂਰਿਕ ਐਸਿਡ ਵੱਧ ਗਿਆ, ਕੋਲੇਸਟ੍ਰੋਲ ਵੱਧ ਗਿਆ, ਕਿਸੇ ਵੀ ਮਿਕਦਾਰ ਜਿਹੜੀ ਵਾਧੂ ਦਾ ਮਤਲਬ ਉਹ ਵੱਧ ਜਾਂਦਾ ਹੈ, ਤਾਂ ਸਾਡੇ ਬਲੱਡ ਦੇ ਵਿੱਚ ਉਹ ਵਧਣ ਕਰਕੇ ਬਲੱਡ ਸਾਡਾ ਕਹਿੰਦੇ ਨੇ ਗਾੜਾ ਹੋ ਗਿਆ ਜੀ। ਹਾਂਜੀ। ਬਲੱਡ ਗਾੜਾ ਹੋ ਗਿਆ ਤਾਂ ਉਹ ਰੁਕਾਵਟ ਆਉਣ ਲੱਗ ਜਾਂਦੀ ਹੈ ਜੀ। ਤੇ ਜੇ ਬਲੱਡ ਦਾ ਵਹਿਣ ਸਹੀ ਤਾਂ ਹੋਊਗਾ ਜੇ ਉਹਦਾ ਆਪਦਾ ਸਹੀ ਰੂਪ ਦੇ ਵਿੱਚ ਮਤਲਬ ਜਿੰਨਾ ਮੋਟਾਈ ਉਹਨੂੰ ਚਾਹੀਦੀ ਉਨੀ, ਤਾਂ ਬਰੀਕ ਨਾੜਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਜੀ। ਸਾਡੀ ਨਿਗਾਹ ਤੋਂ ਧੁੰਦਲਾਪਨ ਦਿਸਣ ਲੱਗ ਜਾਂਦਾ ਜੀ, ਤੇ ਸਿਰ ਨੂੰ ਚੱਕਰ ਆਉਣ ਲੱਗ ਜਾਂਦੇ ਜੀ। ਕਈ ਵਾਰ ਐਸਾ ਹੁੰਦਾ ਸਰਵਾਈਕਲ ਵਾਲਾ ਆਦਮੀ ਚੱਕਰ ਆ ਕੇ ਡਿੱਗ ਪੈਂਦਾ ਜੀ। ਇਸ ਤਰ੍ਹਾਂ ਦੀਆਂ ਸਾਡੀਆਂ ਗੱਲਾਂ। ਤੇ ਸਰ ਮੈਂ ਤੁਹਾਨੂੰ ਇਹ ਵੀ ਪੁੱਛਾਂਗੀ ਵੀ ਤੁਸੀਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ, ਜਾਂ ਇਕੱਲੀ ਥੈਰੇਪੀ ਹੀ ਕਰਦੇ ਹੋ, ਕੋਈ ਹੋਰ ਬਿਮਾਰੀਆਂ ਦਾ ਇਲਾਜ ਵੀ ਕਰਦੇ ਹੋ? ਥੈਰੇਪੀ ਹੀ ਇਲਾਜ ਹੈ। ਜੋ ਮੇਰੀ ਥੈਰੇਪੀ, ਮੇਰੇ ਐਕਸਪੈਰੀਮੈਂਟ ਦੇ ਵਿੱਚ ਜੋ ਮੈਂ ਥੈਰੇਪੀ ਸ਼ੁਰੂ ਦੇ ਵਿੱਚੋਂ ਕਰਦਾ ਤੁਰਿਆ ਆ ਰਿਹਾ, ਇਹ ਅਸਲ ਵਿੱਚ ਹੋਰਾਂ ਦੇ ਭਾਵ ਦੇ ਵਿੱਚ ਇਹ ਥੈਰੇਪੀ ਹੈ। ਮੈਨੂੰ ਤਾਂ ਇਉਂ ਲੱਗਦਾ ਵੀ ਮੇਰੀ ਇੱਕ ਬੱਚੀ ਹੈ, ਮੇਰੀ ਧੀ ਹੈ। ਇਸ ਨੂੰ ਸਿੱਖਣ ਵਾਸਤੇ ਮੈਂ ਬਹੁਤ ਹੀ ਤਜਰਬੇ, ਬਹੁਤ ਹੀ ਘਾਲਣਾ ਘਾਲੀ। ਇਹ ਕੋਈ ਅੱਜ ਦੇ ਜੇ ਕਿਸੇ ਬੱਚੇ ਨੂੰ ਕਹੀਏ ਵੀ ਬੱਚਾ ਤੂੰ ਕੰਮ ਸਿੱਖ ਲੈ, ਮੈਂ ਕਿਸੇ ਵੀ ਪੇਸ਼ੈਂਟ ਨੂੰ ਜਦੋਂ ਥੈਰੇਪੀ ਦਿੰਦਾ ਤਾਂ ਮੈਂ ਪੈਰਾਂ ਤੋਂ ਪਹਿਲਾਂ ਥੈਰੇਪੀ ਦੇਣੀ ਸ਼ੁਰੂ ਕਰਦਾ ਜੀ। ਪੈਰਾਂ ਦੇ ਵਿੱਚੋਂ ਅਸੀਂ ਪੁਆਇੰਟ ਕਰਦੇ ਤੁਰੇ ਆ ਰਹੇ ਹਾਂ। ਹੱਥਾਂ ਦੇ ਵਿੱਚ ਇਹ ਪੁਆਇੰਟ ਨੇ ਜੀ ਸਾਡੇ। ਪੈਰਾਂ ਦੇ ਵਿੱਚ ਇਵੇਂ ਜਿਵੇਂ ਸਾਡੇ ਪੈਰਾਂ ਦੀ ਪਤਲੀ 'ਚ, ਅੱਡੀ 'ਚ ਸਾਰੇ ਕਿਤੇ ਪੁਆਇੰਟ ਨੇ ਜੀ। ਜਿਵੇਂ ਆਪਾਂ ਮੰਨ ਕੇ ਚੱਲੀਏ, ਇਸ ਨੂੰ ਇਸ ਤਰ੍ਹਾਂ ਲੈ ਲਈਏ ਜੀ, ਇਹ ਸਾਡੀਆਂ ਲੈਗਸ ਨੇ। ਇੱਥੇ ਸਾਡੇ ਘੁਟਨੇ ਹੋ ਜਾਂਦੇ ਆ ਜੀ, ਲੈਫਟ ਰਾਈਟ। ਇਹ ਸਾਡੀ मतलब ये गर्दन आ जाती है जी,
ਠੀਕ ਹੈ, ਨੈਕ ਇਹ ਪੁਆਇੰਟ ਆ ਗਿਆ। ਇੱਥੇ ਸਾਡੇ ਅੱਖਾਂ, ਨੱਕ, ਮੂੰਹ ਇਹ ਸਾਰੇ ਆ ਜਾਂਦੇ ਆ। ਉੱਪਰ ਹੈਡ ਆ ਜਾਂਦਾ ਜੀ। ਇਵੇਂ ਜਿਵੇਂ ਸਾਡੀਆਂ ਇਹ ਆਰਮਜ਼ ਨੇ, ਬਾਹਾਂ ਨੇ ਦੋਨੇ, ਇਹਦੇ ਉੱਤੇ ਹੀ ਸਾਰੇ ਪੁਆਇੰਟ ਹੈ। ਇਹ ਪੇਟ ਦੇ ਆ ਜਾਂਦੇ ਆ ਜੀ, ਲੀਵਰ ਆ ਗਿਆ, ਇਹ ਸਾਰੇ ਪੁਆਇੰਟ ਤਾਂ ਆ ਜਾਂਦੇ ਨੇ। ਇੱਥੇ ਆਪਣਾ ਪੁਆਇੰਟ ਆ ਜਾਂਦਾ ਜੀ, ਜਿਵੇਂ ਅਸੀਂ ਸਰਵਾਈਕਲ ਦੇ ਵਾਸਤੇ ਵੀ ਕਰਦੇ ਹਾਂ। ਤੇ ਇਸ ਨੂੰ ਜਿਹੜਾ ਸਾਨੂੰ ਇਹ ਪੁਆਇੰਟ ਹੈ ਜੀ, ਇਹਦੇ ਨਾਲ ਬਹੁਤ ਜ਼ਿਆਦਾ ਅਸਰ ਹੁੰਦਾ ਜੀ। ਤੁਸੀਂ ਆਪ ਵੀ ਕਰ ਸਕਦੇ ਹੋ ਜੀ, ਮੈਂ ਪੇਸ਼ੈਂਟ ਨੂੰ ਦੱਸਦਾ ਵੀ ਰਹਿਣਾ ਜੀ, ਇਸ ਤਰ੍ਹਾਂ ਕਰਕੇ ਇਹ ਪੁਆਇੰਟ ਕਰੋ ਜੀ। ਠੀਕ ਹੈ ਜੀ, ਇਹ ਪੁਆਇੰਟ ਨਾਲ ਸਰਵਾਈਕਲ ਨੂੰ ਵੀ ਠੀਕ ਹੁੰਦਾ ਹੈ ਜੀ। ਤੇ ਥਾਇਰਾਇਡ ਜਿਹੜਾ ਹੈਗਾ, ਜਿਹਨੂੰ ਥਾਇਰਾਇਡ ਜਿਹੜਾ ਕਹਿੰਦੇ ਇਹਦਾ ਕੋਈ ਇਲਾਜ ਹੀ ਨਹੀਂ ਹੈ, ਤਾਂ ਇਹ ਕਲੌਕਵਾਈਜ਼ ਕਰਾਂਗੇ ਤਾਂ ਮਤਲਬ ਜਿਹੜਾ ਵੱਧ ਹੈ ਉਹਦੇ ਲਈ ਐਂਟੀ ਕਲੌਕ ਕਰਾਂਗੇ ਜੀ। ਇਹਨੂੰ ਕਰਦੇ ਰਹੋ, ਘਰ ਹੀ ਇਲਾਜ ਹੈ ਜੀ। ਥੈਰੇਪੀ ਦੇ ਨਾਲ ਨਾਲ ਜਦੋਂ ਕਿਸੇ ਨੂੰ ਕੋਈ ਚੀਜ਼ ਦੀ ਮਾਤਰਾ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ, ਜਿਵੇਂ ਕੋਲੇਸਟ੍ਰੋਲ ਵੱਧ ਗਿਆ, ਯੂਰਿਕ ਐਸਿਡ ਵੱਧ ਗਿਆ, ਤਾਂ ਅਸੀਂ ਨਾਲ ਨਾਲ ਉਹਨੂੰ ਦਵਾਈ ਵੀ ਦਿੰਦੇ ਹਾਂ ਜੀ। ਤੇ ਆਪਣੇ ਕੋਲ ਤੁਸੀਂ ਪੁੱਛਿਆ ਸੀ ਜੀ, ਤੁਹਾਡਾ ਸਵਾਲ ਸੀ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ, ਤਾਂ ਸਰਵਾਈਕਲ ਦਾ ਮੇਨ ਅਸੀਂ ਕਰਦੇ ਹਾਂ ਜੀ, ਡਿਸਕ ਦਾ ਕਰਦੇ ਹਾਂ ਜੀ। ਕਈ ਬੰਦੇ ਤੁਰ ਨਹੀਂ ਸਕਦੇ ਹਨ, ਉੱਠ ਨਹੀਂ ਸਕਦੇ ਹਨ, ਡਿਸਕ ਉਹਨਾਂ ਦੀ ਅਨਬੈਲੈਂਸ ਹੋ ਜਾਂਦੀ ਹੈ। ਸਿਰਫ ਅਨਬੈਲੈਂਸ ਹੀ ਹੋਣਾ ਹੁੰਦਾ ਉਹਨੇ। ਇਸ ਕਰਕੇ ਜਿਹੜੇ ਪੇਸ਼ੈਂਟ ਸਾਡੇ ਲਿੰਕ ਦੇ ਵਿੱਚ ਆ ਜਾਂਦੇ ਆ, ਅਸੀਂ ਉਹਨਾਂ ਨੂੰ ਸੁਚੇਤ ਕਰਾਉਂਦੇ ਹਾਂ, ਧਿਆਨ ਦਿਵਾਉਂਦੇ ਹਾਂ ਵੀ ਕਦੇ ਵੀ ਕਮਰ ਤੇ, ਚਾਹੇ ਕਮਰ ਕਸਾ ਬੰਨੋ ਜਾਂ ਬੈਲਟ ਬੰਨੋ, ਕਦੇ ਵੀ ਜ਼ੋਰ ਲਗਾਉਣਾ ਹੈ ਤਾਂ ਕਮਰ ਤੇ ਬੈਲਟ ਬੰਨੇ ਤੋਂ ਬਗੈਰ ਜ਼ੋਰ ਨਹੀਂ ਲਗਾਉਣਾ। ਦੂਸਰੀ ਗੱਲ, ਇਸ ਤੋਂ ਬਿਨਾ ਮਤਲਬ ਜਦੋਂ ਅਸੀਂ ਜ਼ੋਰ ਲਗਾਉਣਾ ਹੈਗਾ ਤਾਂ ਪੈਰ ਜੋੜ ਕੇ ਨਹੀਂ ਲਗਾਉਣਾ ਚਾਹੀਦਾ। ਜੇ ਮੈਂ ਤੁਹਾਨੂੰ ਖੜਾ ਹੋ ਕੇ ਦੱਸਾਂ ਤਾਂ ਮੰਨ ਲਓ ਕਿ ਅਸੀਂ ਕਿਸੇ ਨੂੰ ਬੋਝ ਚੁਕਾਉਣਾ ਹੈ ਤਾਂ ਸਾਡੇ ਪੈਰ ਖੁੱਲੇ ਹੋਣੇ ਚਾਹੀਦੇ ਆ, ਇਸ ਤਰ੍ਹਾਂ ਪੈਰ ਖੁੱਲੇ ਹੋਣੇ ਚਾਹੀਦੇ। ਪੈਰ ਜੋੜ ਕੇ ਤੁਸੀਂ ਜ਼ੋਰ ਲਗਾਓਗੇ, ਕਿਸੇ ਨੂੰ ਕੋਈ ਭਾਰ ਬੋਝ ਚੁਕਾ ਰਹੇ ਹੋ ਤਾਂ ਤੁਹਾਡੀ ਡਿਸਕ ਇਹ ਨਹੀਂ ਪਤਾ ਵੀ ਕਦੋਂ ਸਲਿੱਪ ਹੋ ਜਾਏ। ਠੀਕ ਹੈ ਜੀ, ਇਹਨਾਂ ਗੱਲਾਂ ਦਾ ਸਾਨੂੰ ਸਾਰਿਆਂ ਨੂੰ ਧਿਆਨ ਹੋਣਾ ਚਾਹੀਦਾ ਜੀ। ਤੇ ਸਰ, ਜਿਵੇਂ ਸਾਰੀਆਂ ਦਵਾਈਆਂ ਪਈਆਂ ਨੇ, ਕੀ ਇਹ ਤੁਸੀਂ ਸਾਰੀਆਂ ਦਵਾਈਆਂ ਖੁਦ ਬਣਾਉਂਦੇ ਹੋ ਜਾਂ ਵੀ ਕਿਸੇ ਕੰਪਨੀ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਤੁਹਾਨੂੰ? ਹਾਂਜੀ, ਇਹ ਬਹੁਤ ਵਧੀਆ ਜੀ। ਇਹ ਦਵਾਈਆਂ ਜਿਹੜੀਆਂ ਹੈਗੀਆਂ ਨੇ, ਜਿਵੇਂ ਮੇਰੇ ਕੋਲ ਇੱਕ ਸੰਜੀਵਨੀ ਹੈ ਜੀ, ਲਿਵੈਕਸ ਹੈ ਜੀ, ਡਿਗਜ਼ਾਈਮ ਹੈ ਜੀ, ਉੱਪਰ ਆਪਣਾ ਸੈਨੀਟਾਈਜ਼ਰ ਪਿਆ ਹੈ ਜੀ, ਵੂਮਨ ਕੇਅਰ ਹੈ ਜੀ। ਇਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਵੀ ਦਵਾਈਆਂ ਨੇ, ਇਹ ਬੜਾ ਕੰਮ ਕਰਦੀਆਂ ਨੇ। ਇਹ ਸੋਪਰੀਨੋ ਕੰਪਨੀ ਦਾ ਪ੍ਰੋਡਕਟ ਮੇਰੇ ਕੋਲ ਆ ਰਿਹਾ ਹੈ ਜੀ। ਸੋਪਰੀਨੋ ਕੰਪਨੀ ਜਿਹੜੀ ਹੈ 2 ਦਸੰਬਰ 2018 ਚ ਸ਼ੁਰੂ ਹੋਈ ਸੀ। ਹਿਸਾਰ ਇਹਦਾ ਹੈੱਡ ਆਫਿਸ ਹੈ ਜੀ, ਹਿਸਾਰ ਹੈੱਡ ਆਫਿਸ ਹੈ ਜੀ। ਇਹਨਾਂ ਦੇ ਸਿਹਤ ਦੇ ਪੱਖ ਦੇ ਸਾਰੇ ਪ੍ਰੋਡਕਟ ਆਉਂਦੇ ਆ ਜੀ। ਨਜ਼ਲਾ, ਜ਼ੁਕਾਮ ਤੋਂ ਲੈ ਕੇ ਸਿਰ ਦਰਦ, ਪੇਟ ਦਰਦ, ਈਵਨ ਇੱਥੋਂ ਤੱਕ ਹੈ ਕਿ ਸਟੋਨ ਦਾ ਵੀ ਸਾਡੇ ਕੋਲ, ਜਿਹੜੇ ਜਿਵੇਂ ਪਿੱਤੇ ਦੀ ਪੱਥਰੀ ਦਾ ਵੀ ਰਿਜ਼ਲਟ ਆ ਗਿਆ ਜੀ। ਦਵਾਈ ਸਾਡੇ ਕੋਲ ਇਹ ਹੈ ਗੁਰਦੇ ਦੀ ਪੱਥਰੀ ਦੀ, ਪਰ ਅਸੀਂ ਦਿੱਤੀ ਉਹਨੂੰ ਅਸੀਂ ਐਂਜ਼ਾਈਮ ਦੇ ਤੌਰ ਤੇ ਨਾਲ ਸੰਜੀਵਨੀ ਤੇ ਲਿਵੈਕਸ ਲਾ ਦਿੰਦੇ ਜੀ। ਤਾਂ ਪਿੱਤੇ ਦੀ ਪੱਥਰੀ ਦਾ ਵੀ ਰਿਜ਼ਲਟ ਬਹੁਤ ਵਧੀਆ ਆਇਆ ਜੀ। ਔਰ ਇਹਦੇ ਨਾਲ ਨਾਲ ਗਠੀਏ ਦਾ ਰਿਜ਼ਲਟ ਬਹੁਤ ਵਧੀਆ ਹੈ। 26 ਸਾਲ ਪੁਰਾਣਾ ਗਠੀਆ ਵੀ ਠੀਕ ਕੀਤਾ ਹੈ ਜੀ। ਸਰ, ਜਿਵੇਂ ਕਹਿ ਲਈਏ ਅੱਜ ਕੱਲ੍ਹ ਹਰ ਤੀਸਰੇ ਬੰਦੇ ਦੇ ਪੱਥਰੀ ਆ, ਪਿੱਤੇ 'ਚ, ਗੁਰਦੇ 'ਚ, ਵੀ ਇਹਦਾ ਖਾਸ ਕਾਰਨ ਕੀ ਹੈ? ਬਣਦੀ ਹੀ ਕਿਵੇਂ ਹੈ ਪੱਥਰੀ, ਕਿਉਂ ਬਣ ਜਾਂਦੀ ਆ? ਹਾਂ, ਇਹ ਤੁਹਾਡਾ ਸਵਾਲ ਬਹੁਤ ਵਧੀਆ ਜੀ। ਹਰ ਤੀਜੇ ਬੰਦੇ ਨੂੰ ਪੱਥਰੀ ਜਿਹੜੀ ਬਣਦੀ ਹੈ, ਕਿਉਂਕਿ ਜੇਕਰ ਅਸੀਂ ਲੰਬੇਰੀ ਉਮਰ ਜਿਉਣਾ ਚਾਹੁੰਦੇ ਹਾਂ ਜੀ, ਔਰ ਆਪਣੀ ਸੁੰਦਰਤਾ ਬਣਾਈ ਰੱਖਣਾ ਚਾਹੁੰਦੇ ਹਾਂ, ਆਪਣੇ ਸਰੀਰ ਦੇ ਵਿੱਚ ਫਰਤੀਲਾਪਨ ਚਾਹੁੰਦੇ ਹਾਂ, ਤਾਂ ਸਾਨੂੰ ਅਤੀ ਜ਼ਰੂਰੀ ਹੈ ਜੀ ਪਾਣੀ ਪੀਣਾ ਜੀ। ਪਾਣੀ ਅਸੀਂ ਕਿਵੇਂ ਪੀਣਾ ਹੈ, ਕਿੰਨਾ ਪੀਣਾ ਹੈ ਤੇ ਕਿਹੜਾ ਪੀਣਾ ਹੈ, ਇਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਜਦੋਂ ਕੋਈ ਚੀਜ਼ ਪਾਣੀ ਤੋਂ ਵਾਂਝੀ ਰਹਿੰਦੀ ਹੈ ਤਾਂ ਉਹਦਾ ਠੋਸ ਰੂਪ ਧਾਰਨ ਹੋ ਜਾਂਦਾ ਹੈ, ਹੁੰਦਾ ਜੀ। ਠੋਸ ਰੂਪ ਧਾਰਨ ਹੋ ਕੇ ਉਹ ਪੱਥਰੀ ਤੱਕ ਪਹੁੰਚ ਜਾਂਦਾ ਹੈ। ਸਾਡੇ ਸੈੱਲ ਨੇ ਜਿਹੜੇ ਸੈੱਲ, ਸਾਡੇ ਕੁਝ ਮੇਨਟੇਨ ਹੁੰਦੇ ਰਹਿੰਦੇ ਆ, ਕੁਝ ਸਾਡੇ ਸੈੱਲ ਜਿਹੜੇ ਹੈਗੇ ਆ ਨਹੀਂ ਮੇਨਟੇਨ ਹੁੰਦੇ,
ਉਹ ਇੱਕ ਥਾਂ ਤੇ ਟਿਕੇ ਰਹਿੰਦੇ ਆ, ਉੱਥੋਂ ਹੀ ਸਾਡੀ ਪੱਥਰੀ ਬਣਨੀ ਸ਼ੁਰੂ ਹੁੰਦੀ ਹੈ, ਉੱਥੋਂ ਹੀ ਸਾਡੇ ਜਿਹੜੀ ਮਤਲਬ ਟਿਊਮਰ ਦਾ ਸ਼ਕਲ ਬਣ ਜਾਂਦੀ ਹੈ, ਹਾਂਜੀ। ਗੱਠ ਬਣ ਜਾਂਦੀ ਹੈ, ਕੋਈ ਕਿਸੇ ਰੂਪ 'ਚ ਧਾਰਨ ਹੋ ਜਾਂਦੀ ਹੈ, ਕੋਈ ਕਿਸੇ ਰੂਪ 'ਚ ਧਾਰਨ ਹੋ ਜਾਂਦੀ ਹੈ। ਇਹ ਪੱਥਰੀ ਨੂੰ ਰੋਕਣ ਦੇ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਟੋਨਿਲ ਹੈ ਆਪਣੇ ਕੋਲ, ਲਿਵੈਕਸ ਹੈ, ਹਾਂਜੀ। ਸੰਜੀਵਨੀ ਹੈ, ਹਾਂਜੀ। ਔਰ ਉਹ ਖੁਰ ਕੇ ਨਿਕਲ ਜਾਂਦੀ ਹੈ। ਇੱਕ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਧਿਆਨ 'ਚ ਦਿਵਾਊਂਗਾ। ਹਾਂਜੀ। ਕਈ ਵਾਰ ਸਾਡੇ ਪੇਸ਼ੈਂਟ, ਸਾਡੇ ਵੀਰ ਰਿਸਪੈਕਟਡ ਡਾਕਟਰ ਸਾਹਿਬ ਉਹਨਾਂ ਕੋਲ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਰਿਕਮੈਂਡ ਕੀਤਾ ਜਾਂਦਾ ਵੀਰ ਜੀ ਤੁਹਾਡੇ ਆਪਰੇਸ਼ਨ ਹੋਏਗਾ, ਹਾਂਜੀ। ਪਰ ਆਪਰੇਸ਼ਨ ਕਦੇ ਵੀ ਕੋਈ ਕਿਸੇ ਚੀਜ਼ ਦਾ ਠੋਸ ਹੱਲ ਨਹੀਂ ਹੈ। ਇਹ ਸਾਨੂੰ ਜਾਣਨਾ ਪਊਗਾ। ਜਦੋਂ ਮਰੀਜ਼ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਨੂੰ ਦਵਾਈ ਦਿੰਨੇ ਆ, ਤਾਂ ਉਹਦਾ ਜਿਹੜਾ ਪੱਥਰੀ ਹੈ ਉਹ ਖੁਰ ਕੇ ਪਤਲੀ ਹੋ ਕੇ ਜਿਹੜੇ ਸਾਡੇ ਪਰਮਾਤਮਾ ਦੇ ਬਣਾਏ ਹੋਏ ਬੇਸਾਈਡ ਨੇ, ਹਾਂਜੀ। ਰਸਤੇ ਹੈ, ਹਾਂਜੀ। ਤੇ ਉੱਥੋਂ ਦੀ ਉਹਨੇ ਆਊਟਵੇ ਹੋ ਜਾਣਾ ਹੈ। ਜੀ। ਯੂਰਨ ਰਸਤੇ, ਲੈਟਨ ਰਸਤੇ, ਮੁੜਕੇ ਰਾਹੀਂ ਜਿਵੇਂ ਆਪਾਂ ਕਹਿੰਦੇ ਬਿਮਾਰੀ ਟੌਕਸਨ ਜਿਹੇ ਨਿਕਲਦੇ ਆ, ਹਾਂਜੀ। ਇਸੇ ਤਰ੍ਹਾਂ ਹੀ ਸਾਰਾ ਕੁਝ ਨਿਕਲ ਜਾਣਾ ਹੈ ਜੀ, ਕਿਉਂਕਿ ਡਿਸਪੋਜ਼ ਆਫ ਮਟੀਰੀਅਲ ਹੁੰਦਾ ਹੈ। ਹਾਂਜੀ। ਔਰ ਜਦੋਂ ਅਸੀਂ ਡਾਕਟਰ ਸਾਹਿਬਾਨ ਤੋਂ ਆਪਰੇਸ਼ਨ ਕਰਾਉਂਦੇ ਆ, ਮੰਨ ਲਓ ਸਾਡੇ ਰਾਈਟ ਹੈਂਡ ਕਿਡਨੀ ਦੇ ਵਿੱਚ ਸਟੋਨ ਹੈਗੀ ਹੈ, ਹਾਂਜੀ। ਅਸੀਂ ਇੱਧਰਲਾ ਉਹਦਾ ਕੀਨਾ ਦਾ ਆਪਰੇਸ਼ਨ ਕਰਵਾ ਲਿਆ। ਹਾਂਜੀ। ਆਪਰੇਸ਼ਨ ਕਰਾਉਣ ਤੋਂ ਬਾਅਦ ਦੇ ਵਿੱਚ ਸਾਲ 6 ਮਹੀਨੇ ਤੋਂ ਲੈਫਟ ਸਾਈਡ ਸਾਡੇ ਪੇਨ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਪਰੇਸ਼ਨ ਤਾਂ ਆਪਾਂ ਇੱਕ ਸਾਈਡ ਤੋਂ ਕਰਾਇਆ ਜੀ, ਹਾਂਜੀ। ਦੂਸਰੀ ਸਾਈਡ ਤਾਂ ਸਾਡੀ ਪਈ ਹੈ ਨਾ। ਹਾਂਜੀ। ਇਧਰੋਂ ਫਿਰ ਉਹ ਸਟੋਨ ਵਧਣ ਲੱਗ ਜਾਂਦੀ ਹੈ ਜੀ। ਕੁਛ ਦੇਰ ਬਾਅਦ ਫਿਰ ਕੀ ਹੈ, ਉਹ ਰਾਈਟ ਸਾਈਡ ਫਿਰ ਜਿਹੜੇ ਉਹ ਅੰਸ਼ ਛੋਟੇ ਰਹਿ ਜਾਂਦੇ ਨੇ ਉਹ ਡਿਵੈਲਪ ਹੋ ਕੇ ਵੱਡੇ ਹੋ ਜਾਂਦੇ ਨੇ। ਹਾਂਜੀ। ਉਹ ਵਾਸ਼ ਨਹੀਂ ਹੁੰਦੇ। ਪਰ ਜਦੋਂ ਆਪਣੀ ਦਵਾਈ ਦੀ ਗੱਲ ਕਰਦੇ ਆ ਤਾਂ ਸਾਡੀ ਆਲ ਬਾਡੀ ਦੇ ਵਿੱਚ ਸਟੋਨ ਦੇ ਵੱਖ-ਵੱਖ ਨਾਂ ਨੇ ਜੀ। ਜਿਵੇਂ ਆਪਾਂ ਕਹਿਤਾ ਵੀ ਲੀਵਰ ਸਟੋਨ, ਹਾਂਜੀ। ਪਿੱਤੇ ਦੀ ਪੱਥਰੀ ਕਹਿ ਦਿੰਦੇ ਆ, ਹਾਂਜੀ। ਐਵੇਂ ਜਿਵੇਂ ਸਾਡੇ ਬ੍ਰੇਨ ਦੀ ਵੀ ਮਤਲਬ ਉੱਥੇ ਵੀ ਬਣ ਜਾਂਦੇ ਨੇ, ਉਹਨੂੰ ਮਾਸ ਕਹਿੰਦੇ ਨੇ ਜੀ, ਬ੍ਰੇਨ ਮਾਸ ਬਣ ਗਿਆ ਜੀ। ਹਾਂਜੀ। ਤਾਂ ਉਹ ਆਲ ਬਾਡੀ ਦੇ ਵਿੱਚੋਂ ਹੀ ਆਪਣਾ ਜਿਹੜਾ ਤਰਲ ਹੈ ਦਵਾਈ ਦਾ, ਹਾਂਜੀ। ਲਿਕੁਇਡ ਹੈ, ਉਹਦੇ ਨਾਲ ਉਹ ਸਾਰੇ ਦਾ ਸਾਰਾ ਹੀ ਡਿਸਪੋਜ਼ ਆਫ ਹੋ ਜਾਂਦਾ ਜੀ ਬਾਡੀ ਦੇ ਵਿੱਚੋਂ। ਪਿੱਤੇ ਦੀ ਜਾਂ ਮਤਲਬ ਗੁਰਦੇ ਦੀ ਜਾਂ ਹੋਰ ਕੋਈ ਪੱਥਰੀ ਨਾਂ ਦੀ ਚੀਜ਼ ਸਾਰੀ ਜ਼ਿੰਦਗੀ ਹੀ ਨਹੀਂ ਰਹਿੰਦੀ। ਠੀਕ ਹੈ। ਤੇ ਇੱਕ ਸਰ ਅੱਜ ਕੱਲ ਵੀ ਮੇਨ ਸਮੱਸਿਆ ਹਰ ਬੰਦੇ ਦੀ, ਹਰ ਬੰਦਾ ਤੇਜ਼ਾਬ ਦੇ ਕੈਪਸੂਲ ਲੈਂਦਾ ਹੈ। ਸਵੇਰੇ ਉੱਠਦਿਆਂ ਸਾਰੀ ਵੀ ਤੇਜ਼ਾਬ ਦਾ ਵੀ ਕੋਈ ਹੱਲ ਹੈ ਤੁਹਾਡੇ ਕੋਲੇ? ਵੀ ਤੁਹਾਨੂੰ ਤੁਸੀਂ ਕੀ ਸੰਦੇਸ਼ ਦਿਓਗੇ ਸਾਡੇ ਸਰੋਤਿਆਂ ਨੂੰ? ਹਾਂਜੀ। ਤੇਜ਼ਾਬ ਕਹਿ ਦਿਓ ਜੀ ਉਹਨੂੰ। ਤੇਜ਼ਾਬ ਅਸਲ ਵਿੱਚ ਸਾਡੇ ਜਿਹੜੀ ਜਠਰ ਅਗਨ ਹੁੰਦੀ ਹੈ, ਹਾਂਜੀ। ਇੱਥੇ ਅਗਨ ਹੁੰਦੀ ਹੈ। ਹਾਂਜੀ। ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਇਹ ਅਗਨ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਜਦੋਂ ਅਸੀਂ ਖਾਣਾ ਖਾਣ ਦੇ ਨਾਲ ਪਾਣੀ ਪੀਂਦੇ ਆ, ਉਹ ਅਗਨ ਸ਼ਾਂਤ ਹੋ ਜਾਂਦੀ ਹੈ। ਹਾਂਜੀ। ਅਗਨ ਸ਼ਾਂਤ ਹੋ ਗਈ, ਜਠਰ ਅਗਨੇ ਦਾ ਨਾਮ ਅਸੀਂ ਮਤਲਬ ਆਯੁਰਵੈਦਿਕ ਦੇ ਵਿੱਚ ਲੈਂਦੇ ਆ, ਹਾਂਜੀ। ਤੇ ਉਹ ਅਗਨ ਸ਼ਾਂਤ ਹੋ ਗਈ ਤੇ ਖਾਣਾ ਸਾਡੇ ਅੰਦਰ ਚਲਾ ਜਾਂਦਾ ਹੈ। ਕਿੱਥੇ ਉਹਨੇ ਅੰਦਰ ਸਾਡੇ ਸਰੀਰ ਦੀ ਅਗਨੀ ਦੇ ਨਾਲ ਹੀ ਉਹਨੇ ਪੱਕਣਾ ਹੁੰਦਾ ਅੱਗੇ ਜਾ ਕੇ। ਹਾਂਜੀ। ਤੇ ਉਹ ਸ਼ਾਂਤ ਹੋਊਗੀ ਤਾਂ ਕੀ ਹੈ, ਸਾਡਾ ਖਾਣਾ ਅੰਦਰ ਸੜਨਾ ਸ਼ੁਰੂ ਹੋ ਜਾਂਦਾ ਹੈ। ਜੀ। ਜਦੋਂ ਸੜਨਾ ਸ਼ੁਰੂ ਹੋ ਜਾਂਦਾ ਤਾਂ ਉਹ ਤੇਜ਼ਾਬ ਆਲਰੇਡੀ ਸਾਡੇ ਖਾਣੇ ਨੂੰ ਗਾਲਣ ਵਾਸਤੇ ਕੰਮ ਕਰਦਾ ਹੈ। ਹਾਂਜੀ। ਜਿਵੇਂ ਤੁਸੀਂ ਕਈ ਵਾਰੀ ਸੁਣਿਆ ਹੋਣਾ ਵੀ ਗੱਡੀਆਂ 'ਚ ਮੋਬਿਲ ਤੇਲ ਚੈੱਕ ਕਰਦੇ ਆ ਵੀ ਇਹ ਪੌਣੇ 2 ਟੱਕ ਹੁੰਦਾ ਜੀ, ਇਹ 1.5 ਟੱਕ ਹੁੰਦਾ, ਇਹ ਉਹਨਾਂ ਨੂੰ ਪਤਾ ਹੈ। ਹਾਂਜੀ। ਹਾਂਜੀ। ਤੇ ਐਵੇਂ ਜਿਵੇਂ ਇੱਕ ਉਹਦੀ ਮਾਤਰਾ ਹੈ, ਸਾਡੇ ਅੰਦਰ ਇੱਕ ਬॉल ਦੀ ਤਰ੍ਹਾਂ ਇੱਕ ਕਟੋਰੀ ਜੀ ਬਣੀ ਹੁੰਦੀ ਹੈ, ਹਾਂਜੀ। ਉਹਦੇ ਵਿੱਚ ਤੇਜ਼ਾਬ ਹੁੰਦਾ ਹੈ। ਖਾਣੇ ਨੇ ਉੱਥੇ ਜਾਣਾ ਹੁੰਦਾ ਹੈ। ਜਦੋਂ ਉੱਥੇ ਜਾ ਕੇ ਖਾਣਾ ਸੜਦਾ ਹੈ ਤਾਂ ਉਹ ਗੈਸ ਦੇ ਨਾਲ ਤੇਜ਼ਾਬ ਉੱਪਰ ਨੂੰ ਆ ਜਾਂਦਾ ਹੈ। ਜਦੋਂ ਫੂਡ ਪਾਈਪ 'ਚ ਆ ਜਾਂਦਾ ਅਸੀਂ ਉਦੋਂ ਕਹਿੰਦੇ ਆ ਵੀ ਤੇਜ਼ਾਬ ਬਣ ਗਿਆ। ਤੇਜ਼ਾਬ ਕਦੇ ਵੀ ਬਣਦਾ ਨਹੀਂ ਹੈ, ਤੇਜ਼ਾਬ ਵੱਧਦਾ ਹੈ। ਜੀ। ਬਣਿਆ ਤਾਂ ਪਹਿਲਾਂ ਹੀ ਹੁੰਦਾ, ਉਹ ਸਾਡੇ ਖਾਣੇ ਨੂੰ ਗਾਲਣ ਵਾਸਤੇ ਹੁੰਦਾ। ਠੀਕ ਹੈ ਜੀ। ਇਸ ਕਰਕੇ ਉਹ ਜਦੋਂ ਉੱਪਰ ਆ ਜਾਂਦਾ ਤਾਂ ਸਾਨੂੰ ਪਤਾ ਲੱਗਦਾ ਹੈ। ਸਰ ਅੱਜ ਤੱਕ ਵੀ ਤੁਸੀਂ ਕੋਈ ਇਦਾਂ ਦੇ ਮਰੀਜ਼ ਠੀਕ ਕੀਤੇ ਵੀ ਜਿਵੇਂ ਇੱਕਦਮ ਕਿਸੇ ਨੂੰ ਅਟੈਕ ਆ ਗਿਆ, ਆਪਾਂ ਕਹਿੰਦੇ ਵੀ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਇਸ ਟਾਈਮ ਇਹ ਪੇਸ਼ੈਂਟ, ਤੁਸੀਂ ਕਦੇ ਵੀ ਇਦਾਂ ਦੇ ਪੇਸ਼ੈਂਟ ਵੀ ਇੱਥੇ ਐਵੇਂ ਠੀਕ ਕੀਤੇ ਨੇ ਜੀ? ਹਾਂਜੀ। ਪਿੱਛੇ ਜੇ ਇੱਕ ਸਾਡੀ ਬੈਕ ਸਾਈਡ ਤੇ ਹੀ ਢਲ ਸਕੂਲ ਹੈ ਜੀ। ਮੈਂ ਆਪਣੇ ਘਰ ਤੋਂ ਆ ਰਿਹਾ ਸੀ। ਹਾਂਜੀ। ਤੇ ਮੈਂ ਆਪਣੇ ਘਰ ਤੋਂ ਆ ਕੇ ਮਤਲਬ ਜਦੋਂ ਉੱਥੇ ਚੌਂਕ ਦੇ ਵਿੱਚ ਆਇਆ ਢਲ ਸਕੂਲ ਦੇ ਕੋਲ, ਤਾਂ ਉੱਥੇ ਕੀ ਇੱਕਦਮ ਚੀਂ ਚਿੰਗੜਾ ਜਿਹਾ ਪੈ ਗਿਆ। ਲੜਕੀਆਂ ਬਾਹਰ ਨੂੰ ਆਈਆਂ,
ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬੇਟਾ ਕੀ ਗੱਲ ਹੋ ਗਈ? ਹਾਂਜੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ, ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ। ਮੈਂ ਮੋਟਰਸਾਈਕਲ ਰੋਕਿਆ ਤੇ ਮੈਂ ਉਹਨਾਂ ਦੇ ਘਰ ਚਲਾ ਗਿਆ। ਹਾਂਜੀ ਜਾਣਾ ਹੀ ਸੀ ਕਿਉਂਕਿ ਦੁੱਖ ਸੁੱਖ ਦੇ ਵਿੱਚ ਆਪਾਂ ਭੈਣ ਭਾਈ ਦੇ ਜਾਂਦੇ ਆ ਜੀ। ਹਾਂਜੀ ਤੇ ਮੈਂ ਉੱਥੇ ਜਾ ਕੇ ਜਦੋਂ ਵੇਖਿਆ ਤਾਂ ਮੰਮੀ ਉਹਨਾਂ ਦੀ ਇੰਜ ਕਰਕੇ ਪੈਰਾਲਾਈਸਿਸ ਦਾ ਅਟੈਕ ਸੀ ਜੀ। ਤੇ ਮੈਂ ਦੇਖਿਆ ਵੀ ਇਹ ਤਾਂ ਕੰਮ ਸੀਰੀਅਸ ਹੈ ਮਾਮਲਾ। ਤੇ ਮੈਂ ਉਹਨਾਂ ਨੂੰ ਬੀਪੀ ਹਾਈ ਦੇ ਪੁਆਇੰਟ ਕੀਤੇ। ਬੀਪੀ ਹਾਈ ਦੇ ਪੁਆਇੰਟ ਹੁੰਦੇ ਆ ਜੀ, ਜਿਵੇਂ ਆਪਾਂ ਗੱਲ ਕਰ ਲਈਏ, ਇਹ ਹਾਰਟ ਦਾ ਜੀ ਮੇਨ ਇੱਥੇ ਪੁਆਇੰਟ ਹੈ ਜੀ 9 ਦੇ ਬਰਾਬਰ। ਤੁਸੀਂ ਵੀ ਕਰ ਸਕਦੇ ਹੋ, ਐਮਰਜੈਂਸੀ ਕਿਤੇ ਵੀ ਪੈ ਸਕਦੀ ਹੈ। ਇਸ ਤੋਂ ਬਾਅਦ ਚੀਚੀ ਵਾਲੀ ਸਾਈਡ, ਇਹ ਸਾਡੀ ਬੇਨ ਜਿਹੜੀ ਹੈਗੀ ਹਾਰਟ ਨੂੰ ਜਾਂਦੀ ਹੈ ਜੀ। ਹਾਂਜੀ ਇੱਥੋਂ 3 ਉਂਗਲਾਂ ਛੱਡ ਕੇ 4 ਪੁਆਇੰਟ ਇਹ ਕਰੋ ਜੀ। ਇਹ ਮੈਂ ਉਹਨਾਂ ਦੇ ਕੀਤੇ ਆ ਜੀ। ਚਰਨਜੀਤ ਸਿੰਘ ਦੀ ਵਾਈਫ ਸੀ ਜੀ, ਉਹ ਜਾਣਦੇ ਆ ਸਾਨੂੰ, ਇਹ ਕੀਤੇ ਜੀ। ਇਸ ਤੋਂ ਬਾਅਦ ਇਹ ਜਿਹੜਾ ਜੁਆਇੰਟ ਹੈ ਇਸ ਤੋਂ ਅੱਗੇ ਇਹ 3 ਪੁਆਇੰਟ ਕੀਤੇ ਜੀ। ਇਸ ਤੋਂ ਬਾਅਦ ਕਰਨ ਤੋਂ ਬਾਅਦ ਤੇ ਇੰਨੇ ਨੂੰ ਲੜਕਿਆਂ ਨੇ, ਬੇਟਿਆਂ ਨੇ ਭੱਜ ਕੇ ਗੱਡੀ ਲਿਆਂਦੀ ਤੇ ਗੱਡੀ ਦੇ ਵਿੱਚ ਜਦੋਂ ਪੇਸ਼ੈਂਟ ਨੂੰ ਬਿਠਾਉਣ ਲੱਗੇ ਤਾਂ ਮੈਂ ਬੇਟੀ ਨੂੰ ਕਿਹਾ, ਮੈਂ ਕਿਹਾ ਬੇਟਾ ਆਹ ਪੁਆਇੰਟ ਕਰਦੇ ਰਹੇ ਹੋ ਤੁਸੀਂ। ਉਹ ਬੇਟੀ ਘਬਰਾਈ ਹੋਈ ਸੀ, ਕਹਿੰਦੀ ਅੰਕਲ ਜੀ ਮੈਨੂੰ ਤਾਂ ਪਤਾ ਨਹੀਂ ਕੁਝ, ਤੁਸੀਂ ਬੈਠ ਜਾਓ। ਤੇ ਜਦੋਂ ਮੈਂ ਪੁਆਇੰਟ ਕਰਦਾ ਗਿਆ ਜੀ, ਆ ਗਾਂਧੀ ਸਕੂਲ ਦਾ ਗੇਟ ਟੱਪ ਕੇ ਜੀ ਉਹ ਬੈਠੀ ਹੋ ਗਈ ਤੇ ਫਾਟਕ ਤੇ ਜਾ ਕੇ ਉਹ ਚਕੇਰੀਆਂ ਵਾਲਾ ਫਾਟਕ ਜਿਹੜਾ ਹੈਗਾ, ਹਾਂਜੀ ਤੇ ਉਹ ਅੱਖਾਂ ਖੋਲ ਕੇ ਵਧੀਆ ਬੈਠੀ ਹੋਈ। ਤੇ ਰੇਖੀ ਡਾਕਟਰ ਦੇ ਜਾ ਕੇ ਉਹ ਆਪਣੇ ਆਪ ਹੀ ਗੱਡੀ ਦੇ ਵਿੱਚੋਂ ਉਤਰ ਗਈ ਜੀ। ਉਦੋਂ ਸਾਡੇ ਮਾਨਯੋਗ ਅੰਮ੍ਰਿਤਪਾਲ ਡਾਕਟਰ ਜੀ ਹਾਂਜੀ ਹੈਗੇ ਸੀਗੇ, ਤਾਂ ਫਿਰ ਰੇਖੀ ਸਾਹਿਬ ਜੀ ਨੇ ਡਾਕਟਰ ਅੰਮ੍ਰਿਤਪਾਲ ਜੀ ਦੇ ਕੋਲ ਰੈਫਰ ਕਰਤਾ ਤੇ ਉੱਥੇ ਜਾ ਕੇ ਉਹਨਾਂ ਨੇ ਦਵਾਈ ਖਾਧੀ, ਮਹੀਨਾ ਡੇਢ ਮਹੀਨਾ ਬਿਲਕੁਲ ਠੀਕ ਨੇ ਜੀ। ਸਰ ਤੁਹਾਨੂੰ ਇਸ ਲਾਈਨ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਤੇ ਤੁਸੀਂ ਮਤਲਬ ਇਹ ਥੈਰੇਪੀ ਵਗੈਰਾ ਜਿਹੜੀ ਕਰਦੇ ਹੋ ਵੀ ਤੁਸੀਂ ਇਹ ਸਪੈਸ਼ਲ ਸਿੱਖੀ ਕਿਸੇ ਤੋਂ? ਹਾਂ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਬਹੁਤ ਘੱਲੀ ਹੈ ਜੀ। ਹਾਂਜੀ ਨੰਬਰ 1 ਤਾਂ ਮੈਂ ਪ੍ਰੈਕਟੀਕਲੀ ਸਿੱਖੀ। ਜੀ ਨੰਬਰ 2 ਮੈਂ ਇਹਦੀਆਂ ਬੁੱਕਸ ਲੈ ਕੇ ਉਹਨੂੰ ਦਿਨੇ ਕੰਮ ਕਰਨਾ, ਰਾਤ ਨੂੰ ਪੜ੍ਹਨਾ ਜੀ। ਹਾਂਜੀ ਬੁੱਕਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਥੈਰੇਪੀ ਮੇਰੀ ਇੱਕ ਬੇਟੀ ਹੈ, ਮੇਰੇ ਬੱਚਿਆਂ ਵਰਗੀ ਹੈ। ਜਦੋਂ ਮੈਂ ਕਿਸੇ ਨੂੰ ਥੈਰੇਪੀ ਦਿੰਦਾ ਤਾਂ ਮੈਨੂੰ ਇਉਂ ਲੱਗਦਾ ਵੀ ਮੈਂ ਆਪਦਾ ਬੱਚਾ ਦੇ ਰਿਹਾ ਹਾਂ। ਠੀਕ ਹੈ ਜੀ। ਔਰ ਇਵੇਂ ਜਿਵੇਂ ਜਿਹੜੀ ਮੇਰੀ ਸਿੱਖਣ ਵਾਲੀ ਬੁੱਕ ਹੈ ਉਹ ਮੈਨੂੰ ਮੇਰੀ ਮਾਂ ਦੇ ਬਰਾਬਰ ਹੈ। ਜਦੋਂ ਮੈਂ ਕਿਤਾਬ ਨੂੰ ਖੋਲ ਕੇ ਪੜ੍ਹਦਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਸੀ ਵੀ ਰਾਤ ਕਿੰਨੀ ਲੰਘੀ ਹੈ। ਇਹ ਆਪਣੇ ਆਪਣੇ ਸ਼ੌਂਕ ਹੁੰਦੇ ਆ ਜੀ, ਆਪਣੇ ਆਪਣੇ ਲਗਾਅ ਹੁੰਦਾ ਹੈ। ਹਾਂਜੀ ਠੀਕ ਹੈ ਨਾ। ਤੇ ਮੈਂ ਉਹਨੂੰ ਪੜ੍ਹਦਾ ਗਿਆ ਤੇ ਸਿੱਖਦਾ ਗਿਆ ਜੀ, ਪੜ੍ਹਦਾ ਗਿਆ ਤੇ ਮੈਂ ਸਿੱਖਦਾ ਗਿਆ। ਮਤਲਬ ਇਦਾਂ ਹੀ ਤਜਰਬਾ ਹੁੰਦਾ ਵਾ ਤੁਹਾਡਾ ਇਸ ਲਾਈਨ ਦੇ ਵਿੱਚ। ਤੇ ਇੱਕ ਸਰ ਜਿਵੇਂ ਤੁਸੀਂ ਕੋਲੇਸਟ੍ਰੋਲ ਦੀ ਗੱਲ ਕੀਤੀ ਆ ਵੀ ਖੂਨ ਗਾੜਾ, ਅੱਜ ਕੱਲ੍ਹ ਮਤਲਬ ਇਹ ਛੋਟੀ ਏਜ ਵਾਲਿਆਂ ਨੂੰ ਵੀ ਹੈ ਪ੍ਰੋਬਲਮ, ਵੀ ਇਹਦਾ ਵੀ ਇਹੀ ਕਾਰਨ ਹੈਗਾ ਵੀ ਜਾਂ ਸਾਡੇ ਖਾਣ ਪੀਣ ਕਰਕੇ ਇਹ ਚੀਜ਼ ਦਾ ਅਸਰ ਪੈ ਰਿਹਾ ਜ਼ਿਆਦਾ ਬਾਡੀ ਤੇ? ਹਾਂਜੀ, ਫਾਸਟ ਫੂਡ ਜੇਕਰ ਅਸੀਂ ਖਾਵਾਂਗੇ ਤਾਂ ਸਾਡਾ ਇਹੀ ਹਾਲ ਪਹਿਲੀ ਗੱਲ। ਦੂਸਰੀ ਗੱਲ, ਤਲਿਆ ਫਲਿਆ ਬਾਹਰਲਾ ਜੇ ਨਾ ਖਾਈਏ, ਗੁਰੇਜ਼ ਕਰ ਲਈਏ ਤਾਂ ਬਹੁਤ ਵਧੀਆ ਗੱਲ ਹੈ। ਇਸ ਤੋਂ ਅੱਗੇ ਜਾ ਕੇ ਗੱਲ ਇਹ ਹੈਗੀ ਹੈ ਵੀ ਜਦੋਂ ਅਸੀਂ ਡਾਕਟਰ ਸਾਹਿਬਾਨਾਂ ਕੋਲ ਜਾਂਦੇ ਆ ਤਾਂ ਡਾਕਟਰ ਸਾਨੂੰ ਜਿਵੇਂ ਓਮੇਗਾ 3 ਬਲੱਡ ਨੂੰ ਸਾਫ਼ ਕਰਦਾ ਹੈ ਜੀ। ਇਹ 2 ਤਰ੍ਹਾਂ ਦਾ ਹੁੰਦਾ ਹੈ ਜੀ। ਨੰਬਰ 1 ਤਾਂ ਇਹ ਇੱਕ ਸਪੈਸ਼ਲ ਮੱਛੀ ਹੁੰਦੀ ਹੈ ਜੀ, ਉਹਦਾ ਤੇਲ ਹੁੰਦਾ ਹੈ। ਨੰਬਰ 2 ਫਲੈਗ ਸੀਡਸ ਹੁੰਦੀ ਹੈ ਇੱਕ, ਜਿਹਨੂੰ ਅਲਸੀ ਦੇ ਬੀਜ ਕਹਿੰਦੇ ਆ ਜੀ। ਫਲੈਗ ਸੀਡਸ, ਉਹਦਾ ਆਇਲ ਹੁੰਦਾ ਹੈ ਜੀ। ਆਯੁਰਵੈਦਿਕ 'ਚ ਅਸੀਂ ਫਲੈਗ ਸੀਡਸ ਨੂੰ ਵਰਤਦੇ ਹਾਂ ਜੀ, ਤੇ ਐਲੋਪੈਥੀ ਦੇ ਵਿੱਚ ਉਹ ਮੱਛੀ ਦੇ ਤੇਲ ਨੂੰ ਵਰਤਦੇ ਆ ਜੀ। ਤੇ ਪਰ ਇਸ ਤੋਂ ਵੀ ਬਿਨਾਂ ਜੇਕਰ ਅਸੀਂ ਰੂਟੀਨ ਦੇ ਵਿੱਚ, ਜਿਵੇਂ ਸਾਡੇ ਪੁਰਾਤਨ ਸਮੇਂ ਦੇ ਵਿੱਚੋਂ ਸਾਡੇ ਵਡੇਰਿਆਂ ਨੇ ਸਾਨੂੰ ਜਿਵੇਂ ਦਾਲ ਸਬਜ਼ੀ ਬਣਾਉਣ ਦਾ, ਸਾਡੀ ਰਸੋਈ ਦੇ ਵਿੱਚ ਹੀ ਸਾਰੀ ਆਯੁਰਵੈਦਿਕ ਪਈ ਹੈ, ਉਹਦਾ ਸਾਨੂੰ ਦੱਸਿਆ। ਤਾਂ ਲਸਣ ਜਿਹੜੀ ਹੈਗੀ ਹੈ, ਲਸਣ ਖਾਣ ਨਾਲ ਕਦੇ ਵੀ ਕੋਲੇਸਟ੍ਰੋਲ ਨਹੀਂ ਵੱਧਦਾ ਜੀ। ਜਿੰਨਾ ਕੁ ਵਧਿਆ ਹੁੰਦਾ ਉਹ ਸੈੱਟ ਹੋ ਜਾਂਦਾ ਜੀ। ਲਸਣ ਨੂੰ ਜ਼ਰੂਰ ਵਰਤੋ ਜੀ। ਜਿਵੇਂ ਸਰ ਵੀ ਐਲੋਪੈਥੀ ਦਵਾਈਆਂ ਆਉਂਦੀਆਂ ਨੇ, ਇੰਗਲਿਸ਼ ਦਵਾਈਆਂ ਆਉਂਦੀਆਂ, ਜਿਵੇਂ ਵੀ ਤੁਸੀਂ ਉਹ ਦਵਾਈਆਂ ਤੇ ਇਹ ਦਵਾਈਆਂ ਦੇ ਵਿੱਚ ਕੀ ਫਰਕ ਸਮਝਦੇ ਹੋ? ਸਾਨੂੰ ਐਲੋਪੈਥੀ ਦਵਾਈਆਂ ਖਾਣੀਆਂ ਚਾਹੀਦੀਆਂ ਜਾਂ ਉਹਨਾਂ ਦੇ ਕੀ ਨੁਕਸਾਨ ਨੇ ਜੀ? ਇਹ ਬੇਟੀ ਗੱਲ ਇਹ ਹੈ ਵੀ ਫੋਰਨ ਦੇ ਵਿੱਚ ਵੀ ਹੁਣ ਸਾਡੇ ਭਾਰਤ ਵੰਸ਼ ਦੇ ਵਿੱਚੋਂ ਆਯੁਰਵੈਦਿਕ ਉਹਨਾਂ ਨੇ ਅਪਣਾ ਲਈ। ਉਹ ਬਹੁਤ ਵੱਡੇ ਪਸਾਰੇ ਦੇ ਵਿੱਚ ਇਹਨੂੰ ਲੈ ਕੇ ਜਾ ਰਹੇ ਨੇ ਆਯੁਰਵੈਦਿਕ ਨੂੰ ਜੀ, ਔਰ ਉਹਨਾਂ ਨੇ ਅਪਣਾਈ ਹੈ। ਜੇਕਰ ਇਹਦੇ ਵਿੱਚ ਕੋਈ ਉਹਨਾਂ ਨੂੰ ਗੁਣ ਲੱਗਿਆ ਫੇਰ ਹੀ ਅਪਣਾਈ ਹੈ ਜੀ। ਰਹੀ ਗੱਲ ਐਲੋਪੈਥੀ ਦੀ,
ਆਪਣੀ ਆਪਣੀ ਜਗ੍ਹਾ ਤੇ ਐਲੋਪੈਥੀ ਵੀ ਠੀਕ ਹੈ, ਆਯੁਰਵੈਦਿਕ ਵੀ ਠੀਕ ਹੈ, ਹੋਮਿਓਪੈਥੀ ਵੀ ਠੀਕ ਹੈ, ਸਾਰੀਆਂ ਠੀਕ ਨੇ, ਇਲਾਜ ਸਾਰੇ ਠੀਕ ਨੇ। ਪਰ ਇਹਦੀ ਜਿਹੜੀ ਬਣਾਉਣ ਦੀ ਵਿਧੀ ਹੈ, ਹਾਂਜੀ, ਜਦੋਂ ਐਲੋਪੈਥੀ ਨੂੰ ਤਿਆਰ ਕੀਤਾ ਜਾਂਦਾ ਉੱਥੇ ਕੈਮੀਕਲ ਦਾ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਸਾਡੇ ਲਈ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ ਜੀ। ਬਾਕੀ ਜਿਹੜੀ ਗੱਲ ਆਪਾਂ ਕਰੀਏ ਤਾਂ ਐਲੋਪੈਥੀ ਦੇ ਸਾਈਡ ਇਫੈਕਟ ਤਾਂ ਹੁੰਦੇ ਹੈ, ਹਾਂਜੀ, ਇਹ ਸਾਡੇ ਡਾਕਟਰ ਸਾਹਿਬਾਨ ਵੀ ਮੰਨਦੇ ਹੈ, ਹਾਂਜੀ, ਤੇ ਸਾਈਡ ਇਫੈਕਟ ਹੋਣ ਕਰਕੇ ਥੋੜੀ ਜੀ ਗੱਲ ਪਿੱਛੇ ਪੈਂਦੀ ਹੈ। ਤੇ ਆਯੁਰਵੈਦਿਕ ਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਜੀ, ਕਿਉਂਕਿ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਆਪਣੀ ਰਸੋਈ ਦੇ ਵਿੱਚ ਹੀ ਸਾਰਾ ਸਮਾਨ ਪਿਆ ਜੀ। ਹਾਂਜੀ, ਉਹੀ ਹੁੰਦਾ, ਜਿਵੇਂ ਜਿੰਜਰ ਕਹਿ ਲਓ, ਹਾਂਜੀ, ਅਦਰਕ ਹੁੰਦਾ ਹੈ ਜੀ, ਹਾਂਜੀ, ਤੇ ਲਸਣ ਕਹਿ ਲਓ, ਹਾਂਜੀ, ਪੁਦੀਨਾ ਕਹਿ ਲਓ ਜੀ, ਹਾਂਜੀ। ਇਹ ਸਾਰੀਆਂ ਸਾਡੀਆਂ ਲੋੜ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਤੇ ਸਰ ਤੁਸੀਂ ਮਤਲਬ ਸਾਡੇ ਸਰੋਤਿਆਂ ਨੂੰ ਕੁਝ ਹੋਰ ਸੰਦੇਸ਼ ਦੇਣਾ ਚਾਹੋਗੇ, ਕੋਈ ਮੈਸੇਜ? ਤੇ ਪਲੀਜ਼ ਹੋਰ ਮੈਸੇਜ ਜਾਂ ਸੁਨੇਹਾ ਵੀ ਸਾਡੇ ਸਰੋਤਿਆਂ ਨੂੰ ਤੁਸੀਂ ਦਿਓ ਜੋ ਤੁਹਾਡੇ ਹੋਰ ਦਿਲ ਦੇ ਵਿੱਚ ਹੈ। ਮੇਰੇ ਪ੍ਰੋਫੈਸ਼ਨ ਦੇ ਮੁਤਾਬਕ ਹਾਂਜੀ, ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਵੀ ਅੱਜ ਦੇ ਯੁੱਗ ਦੇ ਵਿੱਚ ਉਹ ਪਰਸਨ ਸਭ ਤੋਂ ਅਮੀਰ ਹੈ ਜਿਸ ਨੂੰ ਕੋਈ ਰੋਗ ਨਹੀਂ ਹੈ। ਹਾਂਜੀ, ਤੁਸੀਂ ਆਪਣੀ ਸਿਹਤ ਸੰਭਾਲੋ। ਜਦੋਂ ਇੱਕ ਬੰਦਾ ਆਪਣੀ ਸਿਹਤ ਸੰਭਾਲੂਗਾ ਤਾਂ ਦੂਜਾ ਬੰਦਾ ਆਪਣੀ ਸਿਹਤ ਸੰਭਾਲੂ ਤਾਂ ਸਾਰੇ ਲੋਕ ਆਪਣੀ ਸਿਹਤ ਨੂੰ ਸੰਭਾਲਣਗੇ। ਹਾਂਜੀ, ਜੇ ਆਪਾਂ ਕਹੀਏ ਵੀ ਤੁਸੀਂ 100 ਬੰਦੇ ਨੂੰ ਸੰਭਾਲਣਾ ਹੈ ਜੀ, 100 ਬੰਦੇ ਦੀ ਸਿਹਤ ਠੀਕ ਕਰਨੀ ਹੈ, ਇਹ ਮੁਮਕਿਨ ਨਹੀਂ ਹੁੰਦਾ। ਹਾਂਜੀ, ਆਪਣੀ ਸਿਹਤ ਸੰਭਾਲੋ, ਉਹ ਸਬਜੈਕਟ ਪੜ੍ਹੋ ਤੁਸੀਂ, ਸਿਹਤ ਦੇ ਮਸਲੇ 'ਚ ਜਿਹੜੇ ਮਤਲਬ ਆਪਾਂ ਨੂੰ ਗਿਆਨ ਦਿੰਦੇ ਆ, ਹੋਰ ਚੀਜ਼ਾਂ ਪੜ੍ਹਨ ਦੀ ਬਜਾਏ ਗਿਆਨ ਜਿਹੜਾ ਹੈ ਸਿਹਤ ਦਾ ਲੈਣਾ ਸ਼ੁਰੂ ਕਰੋ। ਸਿਹਤ ਹੈ ਜਾਨ ਹੈ ਤਾਂ ਜਹਾਨ ਹੈ। ਹਾਂਜੀ, ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹਾਂਗੀ ਕਿ ਮੈਂ ਇਹਨਾਂ ਤੋਂ ਖੁਦ ਥੈਰੇਪੀਆਂ ਲਈਆਂ ਨੇ। ਮੈਨੂੰ ਸਰਵਾਈਕਲ ਇੰਨਾ ਜ਼ਿਆਦਾ ਸੀ ਕਿ ਮੈਂ ਇੰਗਲਿਸ਼ ਦਵਾਈਆਂ ਖਾ ਕੇ ਅੱਕ ਚੁੱਕੀ ਸੀ, ਤੇ ਮੈਨੂੰ ਸਰ ਕਹਿੰਦੇ ਵੀ ਤੁਸੀਂ ਥੈਰੇਪੀਆਂ ਲਓ। ਮੈਨੂੰ ਇਹਨਾਂ ਨੇ 8 ਥੈਰੇਪੀਆਂ ਕਹੀਆਂ ਸੀ, ਮੈਂ 6 ਥੈਰੇਪੀਆਂ ਲਈਆਂ ਤੇ ਅੱਜ ਮੈਂ ਖੁਦ ਬਿਲਕੁਲ ਠੀਕ ਆ। ਮੈਨੂੰ ਸਰਵਾਈਕਲ ਦੀ ਕੋਈ ਪ੍ਰੋਬਲਮ ਨਹੀਂ। ਹਾਲਾਂਕਿ ਮੇਰਾ ਥੋੜਾ ਜਿਹਾ ਬਲੱਡ ਵੀ ਗਾੜਾ ਸੀ, ਉਹ ਵੀ ਇਹਨਾਂ ਨੇ ਮੇਰਾ ਥੈਰੇਪੀਆਂ ਨਾਲ ਤੇ ਥੋੜੀ ਜਿਹੀ ਇਹਨਾਂ ਨੇ ਮੈਨੂੰ ਮੈਡੀਸਨ ਦਿੱਤੀ ਸੀ, ਬਸ ਇੱਕ ਵਾਰ ਮੈਂ ਯੂਜ਼ ਕੀਤੀ ਤੇ ਮੇਰੀ ਪ੍ਰੋਬਲਮ ਬਿਲਕੁਲ ਸੋਲਵ ਹੋ ਗਈ। ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਐਲੋਪੈਥੀ ਨੂੰ ਥੋੜਾ ਜਿਹਾ ਅਵੋਇਡ ਕਰਕੇ ਤੇ ਤੁਸੀਂ ਵੀ ਨੈਚੁਰੋਪੈਥੀ ਨੂੰ ਅਪਣਾਓ। ਤੇ ਅਸੀਂ ਹਰਲੋਚਨ ਸਿੰਘ ਬੈਦ ਜੀ ਦਾ ਨੰਬਰ ਵੀ ਮੈਂਸ਼ਨ ਕਰਾਂਗੇ ਪੇਜ ਦੇ ਉੱਤੇ, ਤੇ ਤੁਸੀਂ ਵੀ ਫੋਨ ਕਰਕੇ ਕਾਲ ਕਰਕੇ ਇਹਨਾਂ ਕੋਲੇ ਆ ਸਕਦੇ ਹੋ, ਆਪਦਾ ਇਲਾਜ ਕਰਾ ਸਕਦੇ ਹੋ। ਕੱਲਾ ਮੇਰੇ ਤੇ ਹੀ ਯਕੀਨ ਨਾ ਕਰਿਓ, ਤੁਸੀਂ ਖੁਦ ਵੀ ਆ ਕੇ ਦੇਖਿਓ ਕਿ ਤੁਸੀਂ ਕਿੰਨੇ ਠੀਕ ਹੁੰਨੇ ਹੋ, ਤੁਹਾਨੂੰ ਕਿੰਨਾ ਰਿਲੈਕਸ ਮਿਲਦਾ। ਤੇ ਇਸੇ ਤਰ੍ਹਾਂ ਹੀ ਤੁਹਾਨੂੰ ਮਿਲਾਉਂਦੇ ਰਹਾਂਗੇ ਵਧੀਆ ਸ਼ਖਸੀਅਤਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।